ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣ ਆਪਾਂ ਆਪਣੇ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਦੀ ਹੀ ਜੇ ਅਗਰ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਜੋ ਜੀਕੇ ਦਾ ਪੋਰਸ਼ਨ ਆ ਬਹੁਤ ਜ਼ਿਆਦਾ ਹੈਵੀ ਹੋ ਚੁੱਕਿਆ 30 ਮਾਰਕਸ ਦੀ ਜੋ ਸਾਡਾ ਜੀਕੇ ਪੋਰਸ਼ਨ ਆਣਾ ਹੈ ਜਿਹਦੇ ਵਿੱਚ ਆਪਣੀ ਮਾਡਰਨ ਹਿਸਟਰੀ ਹੋਗੀ ਪੋਲਿਟੀ ਹੋਗੀ ਜੀਓਗ੍ਰਾਫੀ ਹੋਗੀ ਐਸ ਵੈਲ ਐਸ ਸਾਡੇ ਕਰੰਟ ਅਫੇਅਰਸ ਹੋਗੇ 30 ਨੰਬਰ ਨੇ ਇਸ ਦੇ ਵਿੱਚ ਜਿਹਦੇ ਵਿੱਚ ਕੁਝ ਪਾਰਟ ਪੋਲਿਟੀ ਦਾ ਪੁੱਛਿਆ ਜਾਏਗਾ ਮਾਡਰਨ ਹਿਸਟਰੀ ਹੋ ਗਈ ਤੁਹਾਡੀ ਮੈਡੀਵਲ ਹਿਸਟਰੀ ਹੋ ਗਈ ਐਂਸ਼ੀਅੰਟ ਹਿਸਟਰੀ ਹੋ ਗਈ ਤੇ ਫਿਰ ਤੁਹਾਡੀ ਜੀਓਗ੍ਰਾਫੀ ਹੋ ਗਈ ਤੇ ਤੁਹਾਡੇ ਕਰੰਟ ਅਫੇਅਰਸ ਹੋ ਗਏ 30 ਨੰਬਰ ਇਹ ਜੀਕੇ ਕਵਰ ਕਰਦੀ ਹੈ ਤੇ 20 ਨੰਬਰ ਕਵਰ ਕਰੇਗੀ ਤੁਹਾਡੀ ਪੰਜਾਬ ਹਿਸਟਰੀ ਐਂਡ ਕਲਚਰ ਸੋ ਦੇਖਿਆ ਜਾਵੇ ਤਾਂ 50 ਮਾਰਕਸ ਦਾ ਜੋ ਤੁਹਾਨੂੰ ਜੀਐਸ ਦਾ ਪੋਰਸ਼ਨ ਹੈ ਜੀਕੇ ਦਾ ਪੋਰਸ਼ਨ ਹੈ ਜੋ ਕਿ ਬਹੁਤ ਜ਼ਿਆਦਾ ਕ੍ਰੂਸ਼ੀਅਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਪੁਆਇੰਟ ਆਫ View ਨਾਲ ਤੁਹਾਡੇ ਐਗਜ਼ਾਮ ਦੇ ਲਈ ਸੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਆਪਣੀ ਪੋਲਿਟੀ ਦਾ ਸੈਸ਼ਨ ਜਿਹਦੇ ਵਿੱਚ ਆਪਾਂ ਹਰ ਕੁਐਸਚਨ ਨੂੰ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਪੋਲਿਟੀ ਕੀ ਹੈ ਪੋਲਿਟੀ ਬਹੁਤ ਇੱਕ ਇੰਟੈਗਰਲ ਪਾਰਟ ਹੈ ਸਾਡੇ ਸਿਲੇਬਸ ਦਾ ਸੋ ਆਪਾਂ ਇਸ ਦੇ ਕੁਐਸਚਨਸ ਨੂੰ ਇਸ ਤਰੀਕੇ ਨਾਲ ਟੈਕਲ ਕਰਾਂਗੇ ਕਿ ਤੁਸੀਂ ਅਗਰ ਪੋਲਿਟੀ ਕਰਨ ਤੋਂ ਬਾਅਦ ਇਹਨਾਂ ਵੀਡੀਓਜ਼ ਨੂੰ ਦੇਖੋ ਤਾਂ ਤੁਹਾਡੀ ਪੂਰੀ ਦੀ ਪੂਰੀ ਪੋਲਿਟੀ ਕੀ ਹੋ ਜੇ ਰਿਵਾਈਜ਼ ਹੋ ਜੇ ਬਿਕਾਜ਼ ਸਾਡਾ ਫੰਡਾ ਕੀ ਰਹੇਗਾ ਉਹ ਸੇਮ ਫੰਡਾ ਇੱਕ ਕੁਐਸਚਨ ਦੇ ਨਾਲ ਆਪਾਂ 4 ਤੋਂ 5 ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ 24 ਕੁਐਸਚਨ ਦੇਖਾਂਗੇ ਉਸ ਦੇ ਰਿਗਾਰਡਿੰਗ ਜਿੰਨੇ ਵੀ ਐਗਜ਼ਾਮ ਪੁਆਇੰਟ ਆਫ View ਨਾਲ ਐਡੀਸ਼ਨਲ ਫੈਕਟਸ ਹੋਣਗੇ ਉਹ ਤੁਹਾਡੇ ਇੱਥੇ ਡਿਸਕਸ ਕੀਤੇ ਜਾਣਗੇ ਤੁਹਾਨੂੰ ਇੱਕ ਵੀਡੀਓ ਤੋਂ ਹੀ ਪਤਾ ਲੱਗ ਜਾਏਗਾ ਕਿ ਕੀ ਹੀ ਫਾਇਦਾ ਹੈ ਇਹ ਵੀਡੀਓਸ ਦੇਖਣ ਦਾ ਜਾਂ ਦੂਸਰੀਆਂ ਚੀਜ਼ਾਂ ਦੇ ਨਾਲੋਂ ਕਿਵੇਂ ਡਿਫਰੈਂਟ ਹੋਏਗੀ ਬਿਕਾਜ਼ ਆਪਾਂ ਇੱਕ ਕੁਐਸਚਨ ਦੇ ਨਾਲ ਉਸ ਕੁਐਸਚਨ ਦੇ ਰਿਗਾਰਡਿੰਗ ਜਿੰਨੇ ਐਡੀਸ਼ਨਲ ਫੈਕਟ ਹੋਣਗੇ ਆਪਾਂ ਉਸੇ ਸਲਾਈਡ ਦੇ ਉੱਤੇ ਡਿਸਕਸ ਕਰ ਲਾਂਗੇ ਨਾਲੇ ਤੁਹਾਡੀ ਰਿਵੀਜ਼ਨ ਹੁੰਦੀ ਜਾਏਗੀ ਨਾਲੇ ਆਪਣਾ ਕਾਪੀ ਤੇ ਪੈਨ ਲੈ ਕੇ ਨੋਟ ਡਾਊਨ ਕਰਦੇ ਜਾਣਾ ਜਿੰਨੇ ਐਡੀਸ਼ਨਲ ਫੈਕਟਸ ਹੋਣਗੇ ਉਸ ਚੀਜ਼ ਦੇ ਬਾਰੇ ਸੋ ਫਸਟ ਕੁਐਸਚਨ ਨੂੰ ਸਟਾਰਟ ਕਰਦੇ ਫਸਟ ਕੁਐਸਚਨ ਕੀ ਹੈ ਜੀ that which of the following states is not included in the 6th schedule of Indian Constitution ਜਦੋਂ ਅਸੀਂ ਆਪਣਾ ਇੰਡੀਆ ਦੀ ਪੋਲਿਟੀ ਨੂੰ ਸਟਾਰਟ ਕਰਦੇ ਹਾਂ ਇੰਡੀਆ ਦੇ ਕਨਸਟੀਟਿਊਸ਼ਨ ਸੰਵਿਧਾਨ ਬਾਰੇ ਪੜ੍ਹਨਾ ਸਟਾਰਟ ਕਰਦੇ ਹਾਂ ਤਾਂ ਆਪਾਂ ਪਹਿਲੀ ਹੀ ਟਰਮ ਕੀ ਪੜ੍ਹਦੇ ਹਾਂ ਕਿ ਇੰਡੀਆ ਦਾ ਜਦੋਂ ਸੰਵਿਧਾਨ ਬਣਿਆ ਸੀ ਤਾਂ ਉਸ ਸਮੇਂ ਉਹਦੇ ਵਿੱਚ ਕਿੰਨੇ ਪਾਰਟ ਸੀ ਕਿੰਨੇ ਆਰਟੀਕਲ ਸੀ ਜਾਂ ਉਸ ਦੇ ਵਿੱਚ ਕਿੰਨੇ ਸ਼ਡਿਊਲ ਸੀ ਸੋ ਉਹਨਾਂ ਸ਼ਡਿਊਲ ਸਾਨੂੰ ਪਤਾ ਹੈ ਜੋ ਸਾਡਾ ਸੰਵਿਧਾਨ ਬਣਿਆ ਸੀ ਤਾਂ ਉਸ ਸਮੇਂ ਕਿੰਨੇ ਆਰਟੀਕਲ ਸੀ ਉਸ ਦੇ ਵਿੱਚ 395 ਆਰਟੀਕਲ ਸੀ ਜਦੋਂ ਸਾਡਾ ਸੰਵਿਧਾਨ ਬਣਿਆ ਸੀ ਉਸ ਦੇ ਵਿੱਚ ਕਿੰਨੇ ਆਰਟੀਕਲ ਸੀ ਅਗਰ ਆਰਟੀਕਲਸ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਦੇਖੋ ਸਾਡਾ ਸੰਵਿਧਾਨ ਲਾਗੂ ਕਦੋਂ ਹੋਇਆ ਸੀ 26 ਜਨਵਰੀ 1950 ਉਸ ਸਮੇਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿੰਨੇ ਆਰਟੀਕਲ ਸੀ 395 ਸਾਡੇ ਆਰਟੀਕਲ ਸੀ ਅਗਰ ਪਾਰਟਸ ਦੀ ਗੱਲ ਕੀਤੀ ਜਾਵੇ ਤਾਂ 22 ਪਾਰਟ ਸੀ ਅਗਰ ਗੱਲ ਕੀਤੀ ਜਾਵੇ ਸ਼ਡਿਊਲ ਦੀ ਤਾਂ ਉਸ ਸਮੇਂ ਸ਼ਡਿਊਲ ਕਿੰਨੇ ਸੀ 8 ਜੇ ਅੱਜ ਗੱਲ ਕੀਤੀ ਜਾਵੇ ਤਾਂ 465 ਪਲੱਸ ਸਾਡੇ ਆਰਟੀਕਲਸ ਹੋ ਚੁੱਕੇ ਨੇ 25 ਸਾਡੇ ਪਾਰਟਸ ਹੋ ਚੁੱਕੇ ਨੇ ਤੇ 12 ਸਾਡੇ ਹੋ ਚੁੱਕੇ ਨੇ ਸ਼ਡਿਊਲ ਸੋ ਇਹਨਾਂ ਸ਼ਡਿਊਲਸ ਦੇ ਵਿੱਚੋਂ ਪਹਿਲਾ ਕੁਐਸਚਨ ਸਾਡਾ ਰਾਈਜ਼ ਹੋਇਆ ਕਿ ਸਾਡੇ ਕਨਸਟੀਟਿਊਸ਼ਨ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਜੋ 6th ਸ਼ਡਿਊਲ ਹੈ ਕਿਹੜਾ ਸ਼ਡਿਊਲ 6th ਸ਼ਡਿਊਲ ਪਹਿਲੀ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 6th ਸ਼ਡਿਊਲ ਦੇ ਵਿੱਚ ਦਿੱਤਾ ਕੀ ਹੋਇਆ 6th ਸ਼ਡਿਊਲ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ 5th ਸ਼ਡਿਊਲ ਬਾਰੇ ਕਿ 5th ਸ਼ਡਿਊਲ ਦੇ ਵਿੱਚ ਕੀ ਦਿੱਤਾ ਹੋਇਆ ਦੇਖੋ 5th ਸ਼ਡਿਊਲ ਸਾਡਾ ਕਵਰ ਕਰਦਾ ਹੈ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ਡਿਊਲ ਟ੍ਰਾਈਬਸ ਐਂਡ ਸ਼ਡਿਊਲ ਏਰੀਆਜ਼ ਠੀਕ ਹੈ ਸ਼ਡਿਊਲ ਏਰੀਆਜ਼ ਤੇ ਸ਼ਡਿਊਲ ਟ੍ਰਾਈਬਸ ਦੇ ਐਡਮਿਨਿਸਟ੍ਰੇਸ਼ਨ ਸਿਸਟਮ ਨੂੰ ਦੇ ਬਾਰੇ ਜੋ ਦੱਸਿਆ ਗਿਆ ਹੈ ਉਹ ਦੱਸਿਆ ਗਿਆ ਸ਼ਡਿਊਲ 5th ਦੇ ਵਿੱਚ ਬਟ ਇਸ ਦੇ ਵਿੱਚ ਸ਼ਡਿਊਲ ਟ੍ਰਾਈਬਸ ਐਂਡ ਸ਼ਡਿਊਲ ਏਰੀਆਜ਼ ਦੇ ਕੁਝ ਅਲੱਗ ਸਟੇਟਸ ਦੀ ਗੱਲ ਕੀਤੀ ਗਈ ਹੈ ਕੁਝ ਸਟੇਟਸ ਦੇ ਸ਼ਡਿਊਲ ਟ੍ਰਾਈਬਸ ਤੇ ਸ਼ਡਿਊਲ ਏਰੀਆਜ਼ ਦੇ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਗਈ ਹੈ 5th ਸ਼ਡਿਊਲ ਦੇ ਵਿੱਚ ਬਟ ਕੁਝ ਐਗਜ਼ੈਂਪਸ਼ਨ ਹੈ ਇਹਦੇ ਵਿੱਚ ਐਕਸੈਪਸ਼ਨਸ ਕੀ ਹੈ ਕਿ ਕੁਝ ਸਟੇਟਸ ਨੇ ਜੋ ਸਾਡੀਆਂ 5th ਸ਼ਡਿਊਲ ਦੇ ਅੰਡਰ ਨਹੀਂ ਆਉਂਦੀਆਂ ਕੁਝ ਸਟੇਟਸ ਐਸੀਆਂ ਨੇ ਜੋ 5th ਸ਼ਡਿਊਲ ਦੇ ਅੰਡਰ ਜਿਨ੍ਹਾਂ ਦੇ ਸ਼ਡਿਊਲ ਟ੍ਰਾਈਬਸ ਤੇ ਸ਼ਡਿਊਲ ਏਰੀਆਜ਼ ਦੀ ਗੱਲ ਨਹੀਂ ਕੀਤੀ ਗਈ ਉਹ ਕਿਹੜੀਆਂ ਸਟੇਟਸ ਨੇ
ਉਹਨਾਂ ਦੀ ਗੱਲ ਕੀਤੀ ਗਈ ਹੈ 6th ਸ਼ਡਿਊਲ ਦੇ ਵਿੱਚ। ਸੋ 6th ਸ਼ਡਿਊਲ ਸਾਡਾ ਕੀ ਕਵਰ ਕਰਦਾ ਹੈ? 6th ਸ਼ਡਿਊਲ ਸਾਡਾ ਕੁਝ ਐਸੀਆਂ ਸਟੇਟਸ ਜੋ 5th ਸ਼ਡਿਊਲ ਦੇ ਵਿੱਚ ਇਨਕਲੂਡ ਨਹੀਂ ਹੁੰਦੀਆਂ, ਉਹਨਾਂ ਸ਼ਡਿਊਲਸ ਦੇ ਉਹਨਾਂ ਸਟੇਟਸ ਦੇ ਸ਼ਡਿਊਲ ਏਰੀਆਸ ਤੇ ਸ਼ਡਿਊਲ ਟ੍ਰਾਈਬਸ ਦੀ ਐਡਮਿਨਿਸਟ੍ਰੇਸ਼ਨ ਤੇ ਕੰਟਰੋਲ ਦੇ ਸਿਸਟਮ ਦੀ ਗੱਲ ਕਰਦਾ ਹੈ। ਸੋ ਇਹਦੇ ਵਿੱਚ 6th ਸ਼ਡਿਊਲ ਦੇ ਵਿੱਚ ਕਿਹੜੀਆਂ ਆਉਂਦੀਆਂ ਨੇ ਸਾਡੀਆਂ? ਦੇਖੋ ਇਹਨੂੰ ਤੁਸੀਂ ਯਾਦ ਕਰ ਸਕਦੇ ਹੋ ATMM, ਠੀਕ ਹੈ ਜੀ, ਕਿ ਇਹ ATMM, ਦੇਖੋ ATM ਤਾਂ ਸਭ ਨੂੰ ਪਤਾ ਹੈ ਨਾ, ATMM ਤੋਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਇਹ ਸਟੇਟਸ ਨੇ ਕਿਹੜੀਆਂ? ਅਸਮ ਹੋ ਗਿਆ ਤੁਹਾਡੀ, ਤ੍ਰਿਪੁਰਾ ਹੋ ਗਿਆ, ਮੇਘਾਲਿਆ ਹੋ ਗਿਆ ਤੇ ਮਿਜ਼ੋਰਮ, ਠੀਕ ਹੈ ਜੀ। ਅਸਮ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼। तो सो तुसी इहनूं याद कर सकते हो AATM। ATM नूं याद रखना है, ठीक है, वर्ड तुसी याद रखोगे ATM, ठीक है जी। ATM वर्ड नूं तुसी याद रखोगे, ATM वर्ड दे अगे एक A ला दो, पिछे एक M ला दो, ठीक है। सो ये स्टेट्स ने जिन्हां दे शेड्यूल ट्राइब्स ते शेड्यूल एरियाज दे एडमिनिस्ट्रेशन ते कंट्रोल दी गल कीती गई है शेड्यूल 6 दे विच। हुणे किहड़ियां स्टेट ने? A फॉर असम, A फॉर अरुणाचल प्रदेश, T फॉर त्रिपुरा, M फॉर मेघालय ते M फॉर की हो जाएगा तुहाडा मिजोरम। ते पुछया गया है कि नीचे दित्तियां दे विचों किहड़ी स्टेट है जो 6th शेड्यूल दे अंडर नहीं आउंदी? तां सानूं पता है कि मेघालय भी आउंदी है, त्रिपुरा भी आउंदी है, मिजोरम भी आउंदी है। नॉट इनकलूडेड किहड़ी स्टेट है? वो है जी साडी तुहानूं देखण नूं मिलेगी मणिपुर, ठीक है जी, मणिपुर। हुण तुहाडे इस क्वेश्चन दे नाल तुहाडा 5th एंड 6th शेड्यूल तुहानूं की हो गया होएगा? क्लीयर हो गया होएगा। सो अपन नेक्स्ट क्वेश्चन ते मूव करते हैं। नेक्स्ट क्वेश्चन की पूछा गया है, कहंदे 10th शेड्यूल ऑफ द कॉन्स्टिट्यूशन वाज एडेड बाय विच अमेंडमेंट ऑफ द कॉन्स्टिट्यूशन? कहंदे किहड़ी ऐसी कॉन्स्टिट्यूशनल अमेंडमेंट हुई सी साडे संविधान दे विच, किहड़ी ऐसी संविधानिक सोध होई सी जिस दे नाल 10th शेड्यूल नूं ऐड कीता गया सी साडे कॉन्स्टिट्यूशन दे विच? ऐसी किहड़ी कॉन्स्टिट्यूशनल अमेंडमेंट हुई सी? सो देखा जाए ये क्वेश्चन बहुत बार पूछा जाता है। फर्स्टली तुहानूं पता होना चाहिए कि 10th शेड्यूल है की है। 10th शेड्यूल है जी साडा एंटी डिफेक्शन लॉ। हुणे एंटी डिफेक्शन लॉ हुंदा की है? देखो एंटी डिफेक्शन लॉ है जो 10th शेड्यूल दे अंडर हुंदा है। असीं देखिया होएगा कि दो पार्टीज हुंदियां ने, दो पॉलिटिकल पार्टीज ने, उन्हां दे मैंबर कदे एक पार्टी नूं छड्ड के दूसरी पार्टी दे विच चले जांदे ने, दूसरी पार्टी नूं छड्ड के फिर तो उसे पार्टी दे विच आ जांदे ने। सो ओह मैंबर पार्टीज दा जो अपनियां की करदा रवे, पार्टीज नूं चेंज करदा रवे, उसनूं किस शेड्यूल दे अंडर डिसकुआलीफाई किया जा सकता है? उसनूं 10th शेड्यूल एंटी डिफेक्शन लॉ दे अंडर की किया जा सकता है? डिसकुआलीफाई किया जा सकता है। हुण तुसीं कहोगे कि इस तरह हुंदा किवें है? क्योंकि आपां तां देखदे आ कदे अकालियां दा बंदा कांग्रेस च चले जांदा है, जदों कांग्रेस दा बंदा अकालियां च आ जांदा है, बट किसी दे अगेंस्ट एंटी डिफेक्शन लॉ यूज तां कीता नहीं जांदा। सो ये उदों देखो उन्हां मैंबर्स कोल फ्रीडम हुंदी है अपनी पार्टीज नूं चेंज करन दे लई, बट इलैक्शनस तो पहलां, इलैक्शनस तो बाद अगर वो अपनी पार्टीज नूं चेंज करदा है तो उस मैंबर नूं डिसकुआलीफाई किया जा सकता है अंडर शेड्यूल 10th एंटी डिफेक्शन लॉ। हुण पुछया गया है कि ये जो एंटी डिफेक्शन लॉ है जिस दे अंदर मैंबर नूं डिसकुआलीफाई किया जा रहा है उहदी पार्टी चेंज करन दे बदले, तो ये जो शेड्यूल है ये कदों साडे संविधान दे विच ऐड किया गया सी? किस अमेंडमेंट दे नाल? बहुत इंपॉर्टेंट अमेंडमेंट है जो केड़ी अमेंडमेंट है? ऑप्शन बी 52nd अमेंडमेंट, ठीक है जी। 1982 दे विच होई सी साडी 52nd अमेंडमेंट है। 52वीं अमेंडमेंट दे नाल 10th शेड्यूल नूं की कीता गया सी? ऐड किया गया सी। नैक्सट है साडी 61st अमेंडमेंट, ये भी बहुत इंपॉर्टेंट है। इस दे विच की होया सी कि 61st अमेंडमेंट दे नाल जो वोट पाउण दी उमर सी उसनूं की कर दिता गया सी 21 तो कितना कर दिता गया सी 18 साल किया गया सी।
21 ਤੋਂ 18 ਸਾਲ ਕਰ ਦਿੱਤੀ ਗਈ ਸੀ ਵੋਟ ਪਾਉਣ ਦੀ ਜਿਹੜੀ ਉਮਰ ਸੀ। ਹੁਣ ਅਗਰ ਗੱਲ ਕਰੀਏ, ਦੇਖੋ ਵਾਰ-ਵਾਰ ਸ਼ਡਿਊਲਸ ਦੀ ਗੱਲ ਹੋ ਰਹੀ ਹੈ ਤਾਂ ਸਾਨੂੰ 12 ਦੇ 12 ਸ਼ਡਿਊਲਸ ਯਾਦ ਹੋਣੇ ਚਾਹੀਦੇ ਨੇ। ਸੋ ਅਸੀਂ 12 ਦੇ 12 ਸ਼ਡਿਊਲ ਇੱਕ ਟ੍ਰਿਕ ਨਾਲ ਯਾਦ ਕਰ ਸਕਦੇ ਹਾਂ। ਟੀਅਰਸ ਸਭ ਨੂੰ ਪਤਾ ਹੀ ਹੋਏਗੀ, ਇਹ ਟੀਅਰਸ ਆਫ ओल्ड पीएम, ठीक है जी, ओल्ड पीएम इस ट्री के पुराने, देखो जो पुराना हुण प्राइम मिनिस्टर हो गया उहदे हंझू तो निकलने ही ने, सो उन्हें याद कर सकते हो टीयर्स ऑफ ओल्ड पीएम दे नाल तुसी इस ट्रिक दे नाल सारे दे सारे शेड्यूल्स याद कर सकते हो। देखो सो साडा फर्स्ट शेड्यूल है जो टी नाल रिप्रजेंट हो रहा है, सो टी फॉर की हो गया टैरेटरीज। सो फर्स्ट शेड्यूल दे विच यूनियन एंड टैरेटरीज की गल की गई है। सैकेंड शेड्यूल है जी जो ई दे नाल रिप्रजेंट हो रहा है, ई फॉर इमैलूमेंट्स, ठीक है जी, सैलरीज एंड इमैलूमेंट्स की गल की गई है। सैकेंड शेड्यूल दे विच किन्ना दी सैलरीज की गल की गई है, ये भी पता होना चाहिए कि किन्ना किन्ना बंदियां दी, जिवें प्रेजिडेंट हो गया, वाइस प्रेजिडेंट हो गया, साडा डिप्टी स्पीकर हो गया, स्पीकर हो गया, साडा चेयरमैन हो गया, डिप्टी चेयरमैन हो गया, जज हो गए सुप्रीम कोर्ट के, हाई कोर्ट के जजिस हो गए, एज वेल एज कंट्रोलर ऑडिटर जनरल की सैलरी की गल की गई है शेड्यूल सैकेंड दे विच। सो थर्ड शेड्यूल रिप्रजेंट हो रहा है साडा ए वर्ड दे नाल, ए फॉर हो गया जी एफरीमेशन, एफरीमेशन या फिर ओथ कह लो, सौं चकना। फोर्थ शेड्यूल है जी जो रिप्रजेंट हो रहा है वर्ड आर दे नाल, आर वर्ड का मतलब की हो गया राज्य सभा दियां सीट्स, ठीक है जी, एलोकेशन ऑफ राज्य सभा सीट्स टू द स्टेट। सो साडा फिफ्थ शेड्यूल ऑलरेडी मैं दस चुकी हाँ, शेड्यूल एरियास एंड शेड्यूल ट्राइब्स दी एडमिनिस्ट्रेटिव सिस्टम नूं सांभण बारे। सो सिक्स्थ शेड्यूल है जी ओ फॉर रिप्रजेंट होएगा अदर शेड्यूल एरियास। अदर शेड्यूल एरियास केड़े ने जी साडे, असम, अरुणाचल प्रदेश, त्रिपुरा, मेघालय ते मिजोरम। नैक्सट आ जाता है जी साडा सैवंथ शेड्यूल रिप्रजेंट हो रहा है एफ वर्ड दे नाल, एफ वर्ड का मतलब की हो गया फैडरल स्ट्रक्चर। सो फैडरल स्ट्रक्चर की गल, तीन लिस्टां की गल, स्टेट लिस्ट, यूनियन लिस्ट ते कॉन्करेंट लिस्ट की गल शेड्यूल सैवंथ के अंडर की गई है। एट्थ शेड्यूल साडा रिप्रजेंट हो रहा है वर्ड ओ तो, ओ मीनस की हो गया ऑफिशियल लैंग्वेजेस, ठीक है जी, साडियां ऑफिशियल लैंग्वेजेस किन्नियां ने 22 ते 22 ऑफिशियल लैंग्वेजेस की गल की गई है शेड्यूल 8th दे अंडर। 9th शेड्यूल एल, एल फॉर की हो गया जी लैंड रिफॉर्म्स, लैंड रिफॉर्म्स की गल कित्थे की गई है शेड्यूल 9th दे विच। 10th शेड्यूल ऑलरेडी मैं दस चुकी हूं, डी, डी फॉर डिफेक्शन, एंटी डिफेक्शन लॉ, एंटी डिफेक्शन लॉ किस अमेंडमेंट दे नाल ऐड किया गया, 52nd अमेंडमेंट 1982। नैक्सट है जी साडा 11th शेड्यूल, 11th शेड्यूल पी, पी फॉर पंचायत सिस्टम, ठीक है जी, पंचायत सिस्टम नू कॉन्स्टिट्यूशनल उपाधि कदों मिली सी, 73rd अमेंडमेंट कदों हुई सी, 1992 दे विच। लास्ट शेड्यूल है जी साडा 12वां शेड्यूल जो रिप्रजेंट हो रहा है वर्ड एम तो, एम मीनस की हो गया म्यूनसिपैलिटीज, ठीक है जी, म्यूनसिपैलिटीज नू कॉन्स्टिट्यूशनल उपाधि कदों मिली सी, 74th अमेंडमेंट 1992 दे नाल, ठीक है जी। सो सारे दे सारे शेड्यूल आप कवर कर लेने जो तुहाडे एग्जाम पॉइंट ऑफ व्यू नाल इंपॉर्टेंट है, एडिशनल फैक्ट्स तुसी नोट डाउन करते जाना। नैक्सट क्वेश्चन है, देखो एक क्वेश्चन दे विच 4 तो 5 क्वेश्चंस कवर हो रहे ने। तुसी ये देख लो कि पिछले क्वेश्चन दे विच अपने 12 तो 13 क्वेश्चंस कवर हो गए ने। क्वेश्चन है जी साडा कहंदे इन विच शेड्यूल ऑफ इंडियन कॉन्स्टिट्यूशन द टेरिटोरियल एक्सटेंट ऑफ इंडियन स्टेट एंड यूनियन टेरिटरीज इज प्रिस्क्राइब्ड। कहंदे केड़ा साडा शेड्यूल है साडे कॉन्स्टिट्यूशन दा जिदे विच यूनियन टैरेटरीज दे एक्सटेंट बारे गल की गई है। सो सिंपल वर्ड्स दे विच तुसी पढ़ के की क्रक्स कटना है कि यूनियन टैरेटरीज की गल किस शेड्यूल दे अंडर की गई है। सो प्रीवियस क्वेश्चन दे विच मैं दस चुकी हाँ, तुसी इस क्वेश्चन दा आंसर कमेंट बॉक्स दे विच करना है। नैक्सट क्वेश्चन है जी साडा, सो
which of the following are conditions for acquiring Indian citizenship? देखो ਹੁਣ ਸਾਡੀ ਇੰਡੀਅਨ ਸਿਟੀਜ਼ਨਸ਼ਿਪ ਦੇ ਰਿਗਾਰਡਿੰਗ ਕੁਐਸਚਨ ਆ ਗਿਆ, ਠੀਕ ਹੈ। ਸਿਟੀਜ਼ਨਸ਼ਿਪ ਦੇ ਪਹਿਲੀ ਗੱਲ, ਅਗਰ ਸਿਟੀਜ਼ਨਸ਼ਿਪ ਵਰਡ ਆ ਗਿਆ ਨਾ ਤਾਂ ਤੁਹਾਨੂੰ ਸਿਟੀਜ਼ਨਸ਼ਿਪ ਦੇ ਰਿਗਾਰਡਿੰਗ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਸਿਟੀਜ਼ਨਸ਼ਿਪ ਕਿਹੜੇ ਆਰਟੀਕਲਸ ਦੇ ਅੰਡਰ ਆਉਂਦੀ ਹੈ। ਅਗਰ ਗੱਲ ਕੀਤੀ ਜਾਵੇ ਤਾਂ ਸਿਟੀਜ਼ਨਸ਼ਿਪ ਆਰਟੀਕਲ 5 ਤੋਂ ਲਿਆ ਕੇ 11 ਤੱਕ ਕਵਰ ਹੁੰਦੀ ਹੈ। ਸਿਟੀਜ਼ਨਸ਼ਿਪ ਆਰਟੀਕਲ 5 ਤੋਂ 11 ਤੱਕ। ਹੁਣ ਇਹ ਪਾਰਟ ਕਿਸ ਦੇ ਵਿੱਚ ਆਉਂਦੀ ਹੈ? ਪਾਰਟ 3 ਦੇ ਵਿੱਚ, ਠੀਕ ਹੈ ਜੀ। ਕਨਸਟੀਟਿਊਸ਼ਨ ਦੇ ਪਾਰਟ 3 ਆਰਟੀਕਲ 5 ਤੋਂ 11 ਕਵਰ ਕਰਦਾ ਹੈ ਜੀ ਸਾਡਾ ਸਿਟੀਜ਼ਨਸ਼ਿਪ। ਹੁਣ ਪੁੱਛਿਆ ਗਿਆ ਹੈ ਕਿ ਸਿਟੀਜ਼ਨਸ਼ਿਪ ਕਿਹੜੇ-ਕਿਹੜੇ ਤਰੀਕੇ ਦੇ ਨਾਲ ਐਕਵਾਇਰ ਕੀਤੀ ਜਾਂਦੀ ਹੈ। ਸੋ ਜਦੋਂ 1950 ਦੇ ਵਿੱਚ ਜਦੋਂ ਸਾਡਾ ਕਨਸਟੀਟਿਊਸ਼ਨ ਬਣਿਆ ਸੀ ਉਦੋਂ ਇਹ ਆਰਟੀਕਲ ਲਿਖੇ ਗਏ ਸੀ ਕਿ ਕਿਵੇਂ ਸਿਟੀਜ਼ਨਸ਼ਿਪ ਮਿਲਦੀ ਹੈ। ਬਟ ਉਸ ਤੋਂ ਬਾਅਦ ਕਈ ਤਰੀਕੇ ਦੇ ਕਈ ਹਰਕਤਾਂ ਹੋਈਆਂ, 84 ਦੇ ਦੰਗੇ ਹੋਏ, ਉਦੋਂ ਕੁਝ ਲੋਕ ਪਾਕਿਸਤਾਨ ਚਲੇ ਗਏ, ਪਾਕਿਸਤਾਨ ਤੋਂ ਆ ਗਏ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਬਹੁਤ ਸਾਰੇ ਸਰਕਮਸਟੈਂਸ, ਆਜ਼ਾਦੀ ਮਿਲੀ, ਠੀਕ ਹੈ, ਸਾਨੂੰ 1947 ਦੇ ਵਿੱਚ। ਸੋ ਕੁਝ ਸਰਕਮਸਟੈਂਸ ਐਵੇਂ ਦੇ ਬਣਦੇ ਗਏ ਜਿਹਦੇ ਨਾਲ ਸਿਟੀਜ਼ਨਸ਼ਿਪ ਦੇ ਦਾਇਰੇ ਚੇਂਜ ਹੁੰਦੇ ਗਏ। ਅਗਰ ਗੱਲ ਕੀਤੀ ਜਾਵੇ ਕਿ ਅੱਜ ਸਾਨੂੰ ਨਾਗਰਿਕਤਾ ਇੰਡੀਆ ਦੀ ਜਾਂ ਇੰਡੀਆ ਦੀ ਸਿਟੀਜ਼ਨਸ਼ਿਪ ਅੱਜ ਕਿਵੇਂ ਮਿਲਦੀ ਹੈ, ਤਾਂ ਇਹ ਜੋ ਸਾਡੇ ਆਰਟੀਕਲਸ ਨੇ ਉਹ ਵੈਲਿਡ ਨਹੀਂ। ਅੱਜ ਕੱਲ ਸਾਨੂੰ ਸਿਟੀਜ਼ਨਸ਼ਿਪ ਮਿਲਦੀ ਹੈ ਸਿਟੀਜ਼ਨਸ਼ਿਪ ਐਕਟ ਆਇਆ ਸੀ ਸਾਡਾ 1955, ਠੀਕ ਹੈ ਜੀ। ਸਿਟੀਜ਼ਨਸ਼ਿਪ ਐਕਟ 1955 ਦੇ ਅਕੋਰਡਿੰਗ ਸਾਨੂੰ ਸਿਟੀਜ਼ਨਸ਼ਿਪ ਮਿਲਦੀ ਹੈ ਅਲੱਗ-ਅਲੱਗ ਤਰੀਕੇ ਦੇ ਨਾਲ। ਕਿਹੜੇ-ਕਿਹੜੇ ਤਰੀਕੇ ਦੇ ਨਾਲ? ਬਾਏ ਬਰਥ, ਜਦੋਂ ਜੰਮੇ ਹੋਈਏ, ਬਾਏ ਡਿਸੈਂਟ, ਬਾਏ ਰਜਿਸਟ੍ਰੇਸ਼ਨ, ਬਾਏ ਨੈਚੁਰਲਾਈਜੇਸ਼ਨ ਤੇ ਬਾਏ ਇਨਕਾਰਪੋਰੇਸ਼ਨ, ਠੀਕ ਹੈ ਜੀ। ਸੋ ਇਹ ਤਰੀਕੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਅੱਜ ਸਿਟੀਜ਼ਨਸ਼ਿਪ ਮਿਲਦੀ ਹੈ ਅਕੋਰਡਿੰਗ ਟੂ ਸਿਟੀਜ਼ਨਸ਼ਿਪ ਐਕਟ 1955। ਸੋ ਇਹਦੇ ਚ ਤੁਹਾਨੂੰ ਪੁੱਛਿਆ ਗਿਆ ਕਿ ਕਿਹੜਾ ਆਪਸ਼ਨ ਠੀਕ ਹੈ ਜਿਹਦੇ ਅਕੋਰਡਿੰਗ ਸਾਨੂੰ ਕੀ ਮਿਲਦੀ ਹੈ? ਸਿਟੀਜ਼ਨਸ਼ਿਪ। ਸੋ ਅਗਰ ਸਭ ਤੋਂ ਪਹਿਲਾਂ ਦੇਖਿਆ ਜਾਵੇ ਕਹਿੰਦੇ ਡੋਮਿਸਾਈਲ ਤੇ ਡਿਸੈਂਟ, ਕੱਲੀ ਡੋਮਿਸਾਈਲ ਤੇ ਡਿਸੈਂਟ ਦੇ ਨਾਲ ਹੀ ਮਿਲਦੀ ਹੈ। ਦੇਖੋ ਅਸੀਂ ਪੜਿਆ ਬਾਏ ਬਰਥ, ਬਾਏ ਡਿਸੈਂਟ, ਬਾਏ ਰਜਿਸਟ੍ਰੇਸ਼ਨ, ਬਾਏ ਨੈਚੁਰਲਾਈਜੇਸ਼ਨ ਤੇ ਬਾਏ ਇਨਕਾਰਪੋਰੇਸ਼ਨ। ਹੁਣ ਅਗਰ ਮੈਂ ਇਹਨਾਂ ਦੇ ਮੀਨਿੰਗ ਦੱਸਣ ਲੱਗ ਗਈ ਤਾਂ ਬਹੁਤ ਲੰਮੀ ਕਲਾਸ ਹੋ ਜਾਏਗੀ। ਸੋ ਤੁਸੀਂ ਥਿਊਰੀ ਦੀਆਂ ਕਲਾਸਿਸ ਨੂੰ ਅਟੈਂਡ ਕਰ ਸਕਦੇ ਹੋ। ਸੋ ਦੇਖੋ ਕੱਲੇ ਡੋਮਿਸਾਈਲ ਤੇ ਡਿਸੈਂਟ ਦੇ ਨਾਲ ਨੈਚੁਰਲ ਸਾਨੂੰ ਸਿਟੀਜ਼ਨਸ਼ਿਪ ਨਹੀਂ ਮਿਲਦੀ। ਨੈਕਸਟ ਹੈ ਕਹਿੰਦੇ ਡੋਮਿਸਾਈਲ, ਡਿਸੈਂਟ ਤੇ ਰਜਿਸਟ੍ਰੇਸ਼ਨ, ਕਹਿੰਦੇ ਇਸ ਦੇ ਵਿੱਚ ਕੁਝ ਪੋਰਸ਼ਨ ਕਵਰ ਹੋ ਰਿਹਾ ਹੈ। ਨੈਕਸਟ ਆਪਸ਼ਨ ਦੇਖਿਆ ਜਾਵੇ ਕਹਿੰਦੇ ਡੋਮਿਸਾਈਲ, ਡਿਸੈਂਟ, ਰਜਿਸਟ੍ਰੇਸ਼ਨ ਐਂਡ ਹੋਲਡਿੰਗ ਪ੍ਰੋਪਰਟੀ। ਬਟ ਇਹ ਤਾਂ ਮੈਂ ਕਿਤੇ ਪੜਾਇਆ ਹੀ ਨਹੀਂ, ਮੈਂ ਕਿਤੇ ਦੱਸਿਆ ਹੀ ਨਹੀਂ ਕਿ ਬਾਈ ਅਗਰ ਅਸੀਂ ਕੋਈ ਪ੍ਰੋਪਰਟੀ ਹੋਲਡ ਕਰ ਲਈਏ ਤਾਂ ਵੀ ਸਾਨੂੰ ਸਿਟੀਜ਼ਨਸ਼ਿਪ ਮਿਲੇਗੀ। ਇਹ ਆਪਸ਼ਨ ਕੀ ਹੋ ਗਿਆ? ਗਲਤ। ਡੀ ਆਪਸ਼ਨ ਵੀ ਗਲਤ ਹੈ। ਸੋ ਵੈਲਿਡ ਆਨਸਰ ਸਾਨੂੰ ਕੀ ਲੱਗ ਰਿਹਾ? ਆਪਸ਼ਨ ਬੀ। ਸੋ ਸਾਨੂੰ ਸਿਟੀਜ਼ਨਸ਼ਿਪ ਕਿਹੜੇ-ਕਿਹੜੇ ਤਰੀਕੇ ਦੇ ਨਾਲ ਮਿਲਦੀ ਹੈ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਤੇ ਤਰੀਕੇ ਕੀ ਨੇ। ਇਹ ਅਗਰ ਪੜ੍ਹਦੇ ਨਾ ਤਾਂ ਤੁਸੀਂ ਥਿਊਰੀ ਦੀਆਂ ਕਲਾਸਿਸ ਲਗਾ ਸਕਦੇ ਹੋ। ਹੁਣ ਸਿਟੀਜ਼ਨਸ਼ਿਪ ਮਿਲਣ ਦੇ ਤਰੀਕੇ ਤਾਂ ਇਸ ਤਰੀਕੇ ਦੇ ਨੇ। ਹੁਣ ਅਗਰ ਪੁੱਛਿਆ ਜਾਵੇ ਕਿ ਸਾਡੀ ਜੋ ਸਿਟੀਜ਼ਨਸ਼ਿਪ ਹੈ ਉਹ ਖੋਈ ਕਿਵੇਂ ਜਾ ਸਕਦੀ ਹੈ? ਬਾਈ ਰੈਨੰਸੀਏਸ਼ਨ, ਬਾਈ ਟਰਮੀਨੇਸ਼ਨ, ਠੀਕ ਹੈ ਜੀ। ਸੋ ਇਸ ਤਰੀਕਿਆਂ ਦੇ ਨਾਲ ਸਾਡੀ 3 ਤਰੀਕਿਆਂ ਦੇ ਨਾਲ ਸਾਡੀ ਸਿਟੀਜ਼ਨਸ਼ਿਪ ਕੀ ਹੈ? ਕੋਈ ਵੀ ਜਾ ਸਕਦੀ ਹੈ। ਡੈਪਰੀਵੇਸ਼ਨ ਕਿਹੜੇ-ਕਿਹੜੇ? ਬਾਈ ਰੈਨੰਸੀਏਸ਼ਨ, ਬਾਈ ਟਰਮੀਨੇਸ਼ਨ ਤੇ ਬਾਈ ਡੈਪਰੀਵੇਸ਼ਨ। 3 ਤਰੀਕਿਆਂ ਦੇ ਨਾਲ ਸਾਡੀ ਸਿਟੀਜ਼ਨਸ਼ਿਪ ਨੂੰ ਕੀ ਖੋਇਆ ਵੀ ਜਾ ਸਕਦਾ ਹੈ। ਮੈਂ ਦੱਸਿਆ ਕਿ ਸਿਟੀਜ਼ਨਸ਼ਿਪ ਦੇ ਆਰਟੀਕਲ 5 ਤੋਂ 11 ਹੈ। 11 ਆਰਟੀਕਲ ਕੀ ਕਰਦਾ ਹੈ ਕਿ ਜੋ ਸਿਟੀਜ਼ਨਸ਼ਿਪ ਦੇ ਰਿਗਾਰਡਿੰਗ ਅਗਰ ਕੋਈ ਰੂਲ ਰੈਗੂਲੇਸ਼ਨ ਚੇਂਜ ਕਰਨੀ ਹੈ ਤਾਂ ਉਸ ਦੀ ਪਾਵਰ ਕਿਸ ਨੂੰ ਦਿੱਤੀ ਗਈ ਹੈ? ਪਾਰਲੀਮੈਂਟ ਨੂੰ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਕਹਿੰਦੇ ਇਨ ਵਿਚ ਈਅਰ ਆਂਧਰਾ ਪ੍ਰਦੇਸ਼ ਕ੍ਰੀਏਟਡ, ਕਹਿੰਦੇ ਬਾਈ ਕਿਹੜੇ ਸਾਲ ਦੇ ਵਿੱਚ ਆਂਧਰਾ ਪ੍ਰਦੇਸ਼ ਬਣਿਆ ਸੀ? ਹੁਣ ਬਹੁਤ ਸਾਰੇ ਬੱਚੇ ਦੇਖ ਕੇ ਆਪਸ਼ਨ ਕਹਿਣਗੇ ਕਿ ਮੈਮ ਦਾ ਨਾ ਕੁਐਸਚਨ ਗਲਤ ਹੈ, ਆਨਸਰ ਠੀਕ ਨਹੀਂ ਹੈ, ਕਿਉਂਕਿ ਸਾਨੂੰ ਤਾਂ ਪਤਾ ਹੈ ਕਿ ਆਂਧਰਾ ਪ੍ਰਦੇਸ਼ 1953 ਦੇ ਵਿੱਚ ਬਣ ਗਿਆ ਸੀ। ਕਿਉਂਕਿ ਸਾਨੂੰ ਪਤਾ ਹੈ ਕਿ ਆਂਧਰਾ ਪ੍ਰਦੇਸ਼ ਵਾਸ ਅ ਫਰਸਟ ਸਟੇਟ ਜਿਹੜੀ ਲੈਂਗੁਏਜ ਬੇਸ ਤੇ ਬਣੀ ਸੀ,
ठीक है जी। आंध्र प्रदेश पहली स्टेट सी ਜਿਹੜੀ किस बेस ਦੇ ਉੱਤੇ ਬਣੀ ਸੀ ਲੈਂਗੁਏਜ बेस ਭਾਸ਼ਾ ਦੇ बेस ਦੇ ਉੱਤੇ ਬਣੀ ਸੀ ਜੋ ਬਣੀ ਸੀ 1953 ਦੇ ਵਿੱਚ ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 1953 ਦੇ ਵਿੱਚ ਆਂਧਰਾ ਡਿਕਲੇਅਰ ਕੀਤੀ ਗਈ ਸੀ ਲੇਟਰ ਉਸ ਨੂੰ ਰੀਆਰਗੇਨਾਈਜ਼ ਕਦੋਂ ਕੀਤਾ ਸੀ 1956 ਦੇ ਵਿੱਚ ਸੋ ਸਾਡੀ ਆਂਧਰਾ ਪ੍ਰਦੇਸ਼ ਕਦੋਂ ਬਣੀ ਸੀ 1956 ਦੇ ਵਿੱਚ ਸੋ ਇਸ ਦੇ ਰਿਗਾਰਡਿੰਗ ਬਹੁਤ ਸਾਰੇ ਫੈਕਟ ਨੇ ਜੋ ਤੁਹਾਡੇ 20 ਤੋਂ ਇੱਕ ਟੌਪਿਕ ਨੂੰ ਕਵਰ ਕਰ ਦੇਣਗੇ ਜੇ ਮੈਂ ਇੱਥੇ ਐਡੀਸ਼ਨਲ ਫੈਕਟ ਲਿਖਵਾਏ ਸੋ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਂਧਰਾ ਪ੍ਰਦੇਸ਼ ਲੈਂਗੁਏਜ ਬੇਸ ਤੇ ਬਣਨ ਵਾਲੀ ਸਭ ਤੋਂ ਪਹਿਲੀ ਸਟੇਟ ਸੀ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀਆਂ ਇੰਡੀਆ ਦੀਆਂ ਸਟੇਟਸ ਨੂੰ ਲੈਂਗੁਏਜ ਭਾਸ਼ਾ ਦੇ ਆਧਾਰ ਤੇ ਵੰਡਣ ਦੇ ਲਈ ਅਲੱਗ-ਅਲੱਗ ਕੀ ਬਣਾਏ ਗਏ ਸੀ ਕਮਿਸ਼ਨ ਬਣਾਏ ਗਏ ਸੀ ਉਹ ਕਮਿਸ਼ਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਸਭ ਤੋਂ ਪਹਿਲਾਂ ਬਣਿਆ ਸੀ ਧਰ ਕਮਿਸ਼ਨ ਠੀਕ ਹੈ ਜੀ ਜਿਹਨੂੰ ਧਾਰ ਕਮਿਸ਼ਨ ਜਾਂ ਧਰ ਕਮਿਸ਼ਨ ਕਹਿ ਦਿੰਦੇ ਨੇ ਇਹ ਬਣਿਆ ਸੀ 1948 ਦੇ ਵਿੱਚ ਧਰ ਕਮਿਸ਼ਨ ਨੂੰ ਕਿਹਾ ਵੀ ਇੰਡੀਆ ਦੀ ਸਟੇਟ ਨੂੰ ਤੁਸੀਂ ਲੈਂਗੁਏਜ ਬੇਸ ਦੇ ਉੱਤੇ ਵੰਡ ਕੇ ਦੇ ਦਿਓ ਧਰ ਕਮਿਸ਼ਨ ਕਹਿੰਦਾ ਵੀ ਇਹ ਪੋਸੀਬਲ ਨਹੀਂ ਹੈ ਇੰਡੀਆ ਨੂੰ ਭਾਸ਼ਾ ਦੇ ਆਧਾਰ ਤੇ ਨਹੀਂ ਵੰਡਿਆ ਜਾ ਸਕਦਾ ਹਾਂ ਐਡਮਿਨਿਸਟ੍ਰੇਟਿਵ ਬੇਸ ਦੇ ਉੱਤੇ ਵੰਡ ਸਕਦੇ ਹੋ ਸੋ ਨੈਕਸਟ ਕਮਿਸ਼ਨ ਆਇਆ ਜੀ ਸਾਡਾ ਜੇਵੀਪੀ ਕਮਿਸ਼ਨ ਜਵਾਹਰ ਲਾਲ ਨਹਿਰੂ ਸਨ ਵੱਲਭ ਭਾਈ ਪਟੇਲ ਸਨ ਤੇ ਪਿੱਟਾ ਬਾਈ ਸਨ ਇਹ ਤਿੰਨ ਬੰਦਿਆਂ ਦਾ ਇੱਕ ਕਮਿਸ਼ਨ ਬਣਾਇਆ ਗਿਆ ਜਿਸ ਨੇ ਵੀ ਇਹ ਗੱਲ ਨੂੰ ਡਿਨਾਈ ਕਰਤਾ ਸੀ ਖਾਰਿਜ ਕਰਤਾ ਸੀ ਕਿ ਇੰਡੀਆ ਦੀ ਸਟੇਟ ਨੂੰ ਲੈਂਗੁਏਜ ਬੇਸ ਦੇ ਉੱਤੇ ਨਹੀਂ ਵੰਡਿਆ ਜਾ ਸਕਦਾ ਐਡਮਿਨਿਸਟ੍ਰੇਟਿਵ ਬੇਸ ਤੇ ਜਿੰਨਾ ਚਾਹੋ ਵੰਡ ਸਕਦੇ ਹੋ ਭਈ ਇਹ ਵੀ 1949 ਮਾਰਚ ਦੇ ਵਿੱਚ ਆਪਣੀ ਰਿਪੋਰਟ ਦੇ ਕੇ ਕੀ ਹੋ ਗਏ ਸ਼ੁਭੰਤਰ ਹੋ ਗਏ ਸੋ ਉਹਦੇ ਵਿਚਕਾਰ ਕੀ ਹੁੰਦਾ 1953 ਦੇ ਵਿੱਚ ਪੋਟੀ ਸਿਰਮੱਲੂ ਠੀਕ ਹੈ ਜੀ ਪੋਟੀ ਸਿਰਮੱਲੂ ਨਾਮ ਦੇ ਇੱਕ ਪਰਸਨ ਹੈ ਜੋ ਕੀ ਹੈ 53 ਡੇਜ਼ ਕਿੰਨੇ 53 ਡੇਜ਼ ਦੇ ਲਈ ਮਰਨ ਵਰਤ ਦੇ ਭੁੱਖ ਵਰਤ ਦੇ ਉੱਤੇ ਬੈਠ ਜਾਂਦੇ ਨੇ ਕਿ ਸਾਡੀ ਤੇਲਗੂ ਸਪੀਕਿੰਗ ਸਟੇਟ ਨੂੰ ਔਨ ਅ ਲੈਂਗੁਏਜ ਬੇਸ ਸਾਡੀ ਸਟੇਟ ਬਣਾਇਆ ਜਾਵੇ ਠੀਕ ਹੈ ਸੋ ਇਹਨਾਂ ਦੀ ਹੋ ਜਾਂਦੀ ਹੈ ਡੈਥ ਹੋ ਜਾਂਦੀ ਹੈ ਜਿਸ ਕਰਕੇ ਇਹਨਾਂ ਦੀ ਡੈਥ ਦੇ ਉੱਤੇ ਤੇਲਗੂ ਸਪੀਕਿੰਗ ਇੱਕ ਨਵੀਂ ਲੈਂਗੁਏਜ ਬੇਸ ਭਾਸ਼ਾ ਦੇ ਆਧਾਰ ਤੇ ਨਵੀਂ ਸਟੇਟ ਡਿਕਲੇਅਰ ਕੀਤੀ ਜਾਂਦੀ ਹੈ 1953 ਦੇ ਵਿੱਚ ਕਿਹੜੀ ਆਂਧਰਾ ਠੀਕ ਹੈ ਬਾਅਦ ਦੇ ਵਿੱਚ ਇਸ ਨੂੰ ਰੀਆਰਗੇਨਾਈਜ਼ ਕੀਤਾ ਗਿਆ 1956 ਦੇ ਵਿੱਚ ਪਹਿਲੀ ਲੈਂਗੁਏਜ ਭਾਸ਼ਾ ਦੇ ਆਧਾਰ ਤੇ ਬਣਨ ਵਾਲੀ ਪਹਿਲੀ ਸਟੇਟ ਕਿਹੜੀ ਬਣੀ ਹੈ ਸਾਡੀ ਆਂਧਰਾ ਪ੍ਰਦੇਸ਼ ਸੋ 1953 ਦੇ ਵਿੱਚ ਇੱਕ ਨਵਾਂ ਕਮਿਸ਼ਨ ਬਣਾਇਆ ਜਾਂਦਾ ਹੈ ਜਿਸ ਦਾ ਨਾਮ ਹੈ ਜੀ ਫਜ਼ਲ ਅਲੀ ਕਮਿਸ਼ਨ ਠੀਕ ਹੈ ਜੀ ਫਜ਼ਲ ਅਲੀ ਕਮਿਸ਼ਨ ਨੂੰ ਕਿਹਾ ਜਾਂਦਾ ਹੈ ਕਿ ਇੰਡੀਆ ਦੀ ਸਟੇਟ ਨੂੰ ਭਾਸ਼ਾ ਦੇ ਆਧਾਰ ਤੇ ਵੰਡ ਕੇ ਦਿੱਤਾ ਜਾਵੇ ਤਾਂ ਇਹਨਾਂ ਨੇ ਆਪਣੀ ਰਿਪੋਰਟ ਸਬਮਿਟ ਕਰਵਾਈ ਕਹਿੰਦੇ ਤੁਸੀਂ ਐ ਕਰੋ 16 ਸਟੇਟਸ ਤੇ 3 ਯੂਟੀਸ ਬਣਾ ਦਿਓ ਭਾਸ਼ਾ ਦੇ ਆਧਾਰ ਤੇ ਇਹਨਾਂ ਦੀ ਰਿਪੋਰਟ ਤੋਂ ਬਾਅਦ ਸਿਲੈਕਟ ਕੀਤਾ ਗਿਆ ਕਿ 14 ਸਟੇਟ ਕਨਫਰਮ ਕੀਤਾ ਗਿਆ ਕਿ 14 ਸਟੇਟਸ ਤੇ 6 ਯੂਟੀਸ ਬਣਨਗੀਆਂ ਸਾਡੀ ਭਾਸ਼ਾ ਦੇ ਆਧਾਰ ਦੇ ਉੱਤੇ ਠੀਕ ਹੈ ਜੀ ਸੋ 7th ਅਮੈਂਡਮੈਂਟ ਹੋਈ ਸਾਡੇ ਕਨਸਟੀਟਿਊਸ਼ਨ ਦੇ ਵਿੱਚ 1956 ਦੇ ਵਿੱਚ ਜਿਸ ਦੇ ਅਕੋਰਡਿੰਗ ਸਾਡੀ ਇੰਡੀਆ ਦੀਆਂ ਸਟੇਟਸ ਨੂੰ ਭਾਸ਼ਾ ਦੇ ਆਧਾਰ ਤੇ ਲੈਂਗੁਏਜ ਆਧਾਰ ਤੇ ਕੀ ਕੀਤਾ ਗਿਆ ਸੀ ਵੰਡਿਆ ਗਿਆ ਸੀ ਸੋ ਸਾਡੀ ਆਂਧਰਾ ਪ੍ਰਦੇਸ਼ ਕਦੋਂ ਬਣੀ 1956 ਸੋ ਇਸ ਦੇ ਨਾਲ ਹੀ ਇੰਪੋਰਟੈਂਟ ਸਟੇਟਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਆਂਧਰਾ ਪ੍ਰਦੇਸ਼ 1956 ਦੇ ਵਿੱਚ ਬਣੀ ਮਹਾਰਾਸ਼ਟਰ ਗੁਜਰਾਤ 1960 ਦੇ ਵਿੱਚ ਬਣੀ ਸੋ ਉਸ ਤੋਂ ਬਾਅਦ ਸਾਡੀ ਗੋਆ ਦਮਨ ਐਂਡ ਦਿਓ ਇਹ 1961 ਦੇ ਵਿੱਚ ਸਾਡੀਆਂ ਯੂਟੀਸ ਬਣੀਆਂ ਸੀ ਉਸ ਤੋਂ ਬਾਅਦ 1962 ਦੇ ਵਿੱਚ ਸਾਡੀ ਪੌਂਡੀਚੇਰੀ ਬਣੀ ਸੀ 1963 ਦੇ ਵਿੱਚ ਸਾਡੀਆਂ ਨਾਗਾ ਹਿਲਸ ਬਣ ਗਈਆਂ ਸੀ 1966 ਦੇ ਵਿੱਚ ਕੌਣ ਬਣਿਆ ਸੀ ਸ਼ਾਹ ਕਮਿਸ਼ਨ ਦੇ ਅੰਡਰ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਯੂਟੀ ਬਣੀ ਸੀ ਇਹ ਦੋਨੋਂ ਸਟੇਟ ਹਿਮਾਚਲ ਪ੍ਰਦੇਸ਼ ਯੂਟੀ ਬਣੀ ਸੀ 1971 ਦੇ ਵਿੱਚ ਕੀ ਬਣੀ ਸੀ ਸਟੇਟ ਬਣੀ ਸੀ ਸੋ ਨੈਕਸਟ ਇੰਪੋਰਟੈਂਟ ਤੁਸੀਂ ਯਾਦ ਰੱਖਣਾ ਇੱਕ 1975 ਦੇ ਵਿੱਚ 36th ਅਮੈਂਡਮੈਂਟ ਦੇ ਨਾਲ ਸਿੱਕਮ ਸਾਡੀ ਇੰਡੀਆ ਦੀ ਕੀ ਬਣੀ ਸੀ ਸਟੇਟ ਬਣੀ ਸੀ ਇਸ ਤੋਂ ਬਾਅਦ ਤੁਸੀਂ 2002 ਦੇ ਵਿੱਚ ਯਾਦ ਰੱਖਣੀਆਂ ਨੇ ਕਿਹੜੀਆਂ ਤੁਸੀਂ ਯਾਦ ਰੱਖੋਗੇ ਛੱਤੀਸਗੜ੍ਹ ਪਹਿਲਾਂ ਬਣੀ ਫਿਰ ਉੱਤਰਾਖੰਡ ਬਣੀ ਤੇ ਫਿਰ ਸਾਡੀ ਬਣੀ ਸੀ ਝਾਰਖੰਡ ਇੰਪੋਰਟੈਂਟ ਚੀਜ਼ਾਂ ਨੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਫੈਕਟਸ ਨੇ ਜਿਨ੍ਹਾਂ ਨੂੰ ਤੁਸੀਂ ਨੋਟ ਡਾਊਨ ਕਰ ਸਕਦੇ ਹੋ ਸੋ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਦੇ ਉੱਤੇ ਨੈਕਸਟ ਕੁਐਸਚਨ ਹੈ ਜੀ ਸਾਡਾ
ਫਸਟਲੀ ਕੁਐਸਚਨ ਨੂੰ ਧਿਆਨ ਨਾਲ ਪੜਨ ਦੀ ਕੋਸ਼ਿਸ਼ ਕਰਨੀ ਹੈ। ਕੁਐਸਚਨ ਕੀ ਹੈ, ਕਹਿੰਦੇ ਰਾਈਟ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 that was enacted in 2010 provides a justiciable legal framework for providing free and compulsory education children in age group of। ਕਹਿੰਦੇ ਬਸ ਸਿੰਪਲ ਵਰਡਸ ਦੇ ਵਿੱਚ ਆਪਣੇ ਕੁਐਸਚਨ ਨੂੰ ਕਨਵਰਟ ਕਰ ਲਓ। ਕਹਿੰਦੇ ਜਿਹੜੀ ਫ੍ਰੀ ਐਜੂਕੇਸ਼ਨ ਮੁਫਤ ਸਿੱਖਿਆ ਦੀ ਗੱਲ ਜਿਹੜੀ ਕੀਤੀ ਗਈ ਹੈ, ਉਸ ਬਾਰੇ ਜਿਹੜੀ ਗੱਲਬਾਤ ਕੀਤੀ ਗਈ ਹੈ, ਉਹ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਮੁਫਤ ਐਜੂਕੇਸ਼ਨ ਮਿਲੇਗੀ। ਬਹੁਤ ਸਿੰਪਲ ਕੁਐਸਚਨ ਹੈ ਇਹ। ਇਹਦਾ ਆਨਸਰ ਹੈ ਜੀ ਆਪਸ਼ਨ ਸੀ, 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਫ੍ਰੀ ਐਂਡ ਕੰਪਲਸਰੀ ਕੀ ਮਿਲੇਗੀ, ਮੁਫਤ ਸਿੱਖਿਆ ਮਿਲੇਗੀ। ਕਿਸ ਆਰਟੀਕਲ ਦੇ ਅੰਡਰ ਇਹ ਗੱਲ ਕੀਤੀ ਗਈ ਹੈ ਕਿ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਫ੍ਰੀ ਤੇ ਮੁਫਤ ਐਜੂਕੇਸ਼ਨ ਮਿਲੇਗੀ? ਇਹ ਕੀਤੀ ਗਈ ਹੈ ਜੀ ਆਰਟੀਕਲ 21A। ਤੇ ਆਰਟੀਕਲ 21A ਕਦੋਂ ਐਡ ਕੀਤਾ ਗਿਆ ਸੀ? ਇਹ ਐਡ ਕੀਤਾ ਗਿਆ ਸੀ 86th ਅਮੈਂਡਮੈਂਟ ਦੇ ਨਾਲ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ ਸੀ। ਕਿਹੜੀ ਅਮੈਂਡਮੈਂਟ ਦੇ ਨਾਲ? 86th ਅਮੈਂਡਮੈਂਟ ਦੇ ਨਾਲ। ਸੋ ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਵਿਚ ਐਕਟ ਕਲੀਅਰਲੀ ਡਿਸਟਿੰਗੁਇਸ਼ਡ ਬਿਟਵੀਨ ਕਮਰਸ਼ੀਅਲ ਐਂਡ ਪੋਲੀਟੀਕਲ ਫੰਕਸ਼ਨ ਆਫ ਈਸਟ ਇੰਡੀਆ ਕੰਪਨੀ। ਦੇਖੋ ਸਭ ਨੂੰ ਪੜ੍ਹਿਆ ਹੋਏਗਾ ਤੁਸੀਂ, ਰੈਗੂਲੇਟਿੰਗ ਐਕਟ ਪੜ੍ਹਿਆ ਹੋਏਗਾ, ਪਿਟਸ ਇੰਡੀਆ ਐਕਟ ਪੜ੍ਹੇ ਹੋਣਗੇ, ਚਾਰਟਰ ਐਕਟ ਪੜ੍ਹੇ ਹੋਣਗੇ। ਤਾਂ ਪੁੱਛਿਆ ਗਿਆ ਕਿ ਉਹ ਕਿਹੜਾ ਐਕਟ ਸੀ ਜਿਸ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਪੋਲੀਟੀਕਲ ਤੇ ਕਮਰਸ਼ੀਅਲ ਜਿਹੜੇ ਅਧਿਕਾਰ ਸੀ ਉਹਨਾਂ ਦੋਨਾਂ ਨੂੰ ਕੀ ਕਰ ਦਿੱਤਾ ਗਿਆ ਸੀ? ਵੰਡ ਦਿੱਤਾ ਗਿਆ ਸੀ ਕਿ ਪੋਲੀਟੀਕਲ ਅਧਿਕਾਰ ਕੋਈ ਸਾਂਭੇਗਾ ਤੇ ਕਮਰਸ਼ੀਅਲ ਟ੍ਰੇਡ ਵਾਲੇ ਅਧਿਕਾਰ ਕੋਈ ਸਾਂਭੇਗਾ, ਜਿਹਦੇ ਲਈ ਇੱਕ ਕੋਰਟ ਆਫ ਕੰਟਰੋਲ ਬਣਾਇਆ ਗਿਆ ਸੀ ਤੇ ਬੋਰਡ ਆਫ ਕੰਟਰੋਲ ਬਣਾਇਆ ਗਿਆ ਸੀ, ਇੱਕ ਕੋਰਟ ਆਫ ਮਿਨਿਸਟਰ ਬਣਾਇਆ ਗਿਆ ਸੀ। ਇਹ ਕਿਸ ਐਕਟ ਦੇ ਵਿੱਚ ਬਣਾਇਆ ਗਿਆ ਸੀ? ਕੀ ਇਹ ਰੈਗੂਲੇਟਿੰਗ ਐਕਟ ਦੇ ਵਿੱਚ ਬਣਾਇਆ ਗਿਆ ਸੀ? ਨੋ, ਆਨਸਰ ਹੋਏਗਾ ਆਪਸ਼ਨ ਬੀ, ਪਿਟਸ ਇੰਡੀਆ ਐਕਟ 1784। ਸੋ ਪਿਟਸ ਇੰਡੀਆ ਐਕਟ 1784 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਕਮਰਸ਼ੀਅਲ ਤੇ ਪੋਲੀਟੀਕਲ ਫੰਕਸ਼ਨਸ ਨੂੰ ਕੀ ਕਰ ਦਿੱਤਾ ਗਿਆ ਸੀ? ਅਲੱਗ-ਅਲੱਗ ਕਰ ਦਿੱਤਾ ਗਿਆ ਸੀ। ਪਿਟਸ ਇੰਡੀਆ ਐਕਟ ਕਿਉਂ ਆਇਆ ਸੀ? ਪਿਟਸ ਇੰਡੀਆ ਐਕਟ ਰੈਗੂਲੇਟਿੰਗ ਐਕਟ ਦੇ ਵਿੱਚ ਕੀ ਕਰਨ ਆਇਆ ਸੀ? ਰਿਫਾਰਮਸ ਕਰਨ ਆਇਆ ਸੀ। ਰੈਗੂਲੇਟਿੰਗ ਐਕਟ ਕਦੋਂ ਆਇਆ ਸੀ? ਰੈਗੂਲੇਟਿੰਗ ਐਕਟ 1773 ਦੇ ਵਿੱਚ ਆਇਆ ਸੀ। ਰੈਗੂਲੇਟਿੰਗ ਐਕਟ ਦੇ ਵਿੱਚ ਇੰਪੋਰਟੈਂਟ ਚੀਜ਼ਾਂ ਕੀ ਹੋਈਆਂ ਸੀ? ਦੇਖੋ ਰੈਗੂਲੇਟਿੰਗ ਐਕਟ ਦੇ ਵਿੱਚ ਸਭ ਤੋਂ ਪਹਿਲਾਂ ਫਸਟ ਸੁਪਰੀਮ ਕੋਰਟ ਦੀ ਗੱਲ ਕੀਤੀ ਗਈ ਸੀ ਇੰਡੀਆ ਦੇ ਵਿੱਚ। ਪਹਿਲੀ ਸੁਪਰੀਮ ਕੋਰਟ ਇੰਡੀਆ ਦੇ ਵਿੱਚ ਕਿੱਥੇ ਬਣੀ ਸੀ? ਕਲਕੱਤਾ ਦੇ ਵਿੱਚ ਬਣੀ ਸੀ। ਕਲਕੱਤਾ ਦੇ ਵਿੱਚ ਕਿੱਥੇ? ਫੋਰਟ ਵਿਲੀਅਮ ਦੇ ਵਿੱਚ। ਕਿੱਥੇ? ਫੋਰਟ ਵਿਲੀਅਮ ਦੇ ਵਿੱਚ ਪਹਿਲੀ ਸੁਪਰੀਮ ਕੋਰਟ ਦੀ ਗੱਲ ਕੀਤੀ ਗਈ ਸੀ ਇੰਡੀਆ ਦੀ। ਇਸ ਤੋਂ ਇਲਾਵਾ ਰੈਗੂਲੇਟਿੰਗ ਐਕਟ ਦੇ ਵਿੱਚ ਕਹਿੰਦੇ ਪਹਿਲਾਂ ਕੀ ਹੁੰਦੇ ਸੀ? ਇੱਕ ਗਵਰਨਰ ਹੁੰਦਾ ਸੀ ਬੰਗਾਲ ਦਾ, ਇੱਕ ਗਵਰਨਰ ਹੁੰਦਾ ਸੀ ਬੰਬੇ ਦਾ ਤੇ ਇੱਕ ਗਵਰਨਰ ਹੁੰਦਾ ਸੀ ਮਦਰਾਸ ਦਾ। ਹੁਣ ਇਹ ਕਹਿੰਦੇ ਜੇ ਤਿੰਨੋਂ ਦੇ ਤਿੰਨੋਂ ਪ੍ਰੈਜ਼ੀਡੈਂਸੀ ਟਾਊਨ ਹੁੰਦੇ ਸੀ ਤੇ ਇਹ ਖਬਰ ਦਿੰਦੇ ਸੀ ਲੰਡਨ ਜਾ ਕੇ। ਹੁਣ ਕਹਿੰਦੇ ਤੁਸੀਂ ਐਵੇਂ ਕਰੋ, ਇੱਕ ਪ੍ਰੈਜ਼ੀਡੈਂਸੀ ਟਾਊਨ ਰੱਖੋ, ਬਾਕੀ ਦੋਨਾਂ ਦੇ ਅੰਡਰ ਰੱਖੋ। ਤੇ ਇਹਨਾਂ ਨੇ ਕੀ ਕੀਤਾ ਸੀ ਕਿ ਜੋ ਗਵਰਨਰ ਸੀ ਬੰਗਾਲ ਦਾ ਉਹਨੂੰ ਕੀ ਬਣਾਤਾ ਸੀ? ਗਵਰਨਰ ਜਨਰਲ ਆਫ ਬੰਗਾਲ। ਠੀਕ ਹੈ, ਸੋ ਕਹਿੰਦੇ ਗਵਰਨਰ ਆਫ ਬੰਗਾਲ ਨੂੰ ਕਿਹਾ ਜਾਣ ਲੱਗਿਆ ਸੀ ਗਵਰਨਰ ਜਨਰਲ ਆਫ ਬੰਗਾਲ। ਤੇ ਪਹਿਲੇ ਗਵਰਨਰ ਜਨਰਲ ਆਫ ਕੌਣ ਬਣੇ ਸਨ? ਵਾਰਨ ਹਾਸਟਿੰਗ। ਇਹ ਵੀ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ। ਪਹਿਲੇ ਗਵਰਨਰ ਜਨਰਲ ਆਫ ਬੰਗਾਲ ਕੌਣ ਬਣੇ ਸਨ? ਵਾਰਨ ਹਾਸਟਿੰਗ ਬਣੇ ਸਨ। ਪਹਿਲੇ ਗਵਰਨਰ ਜਨਰਲ ਆਫ ਇੰਡੀਆ ਕੌਣ ਬਣੇ ਸਨ? 1833 ਦੇ ਵਿੱਚ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਕਿਹਾ ਜਾਣ ਲੱਗਿਆ ਸੀ। ਪਹਿਲੇ ਗਵਰਨਰ ਜਨਰਲ ਆਫ ਇੰਡੀਆ ਕੌਣ ਬਣੇ ਸਨ? ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਵਿਲੀਅਮ ਬੈਂਟਿਕ। ਠੀਕ ਹੈ ਜੀ, ਵਿਲੀਅਮ ਬੈਂਟਿਕ ਬਣੇ ਸਨ। ਅਗਰ ਪੁੱਛਿਆ ਜਾਵੇ ਕਿ ਪਹਿਲੇ ਵਾਇਸਰॉय ਕੌਣ ਬਣੇ ਸਨ, ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਵਾਇਸਰॉय ਦੀ ਉਪਾਧੀ ਕਦੋਂ ਦਿੱਤੀ ਜਾਣ ਲੱਗੀ ਸੀ? ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਵਿੱਚ ਦਿੱਤੀ ਜਾਣ ਲੱਗੀ ਸੀ। ਤਾਂ ਪਹਿਲੇ ਵਾਇਸਰॉय ਕੌਣ ਬਣੇ ਸਨ? ਲਾਰਡ ਕੈਨਿੰਗ। ਠੀਕ ਹੈ, ਕੌਣ ਬਣੇ ਸਨ? ਲਾਰਡ ਕੈਨਿੰਗ ਬਣੇ ਸਨ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਚੀਜ਼ਾਂ ਨੇ। ਸੋ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ which of the following is out of the preview of article 21 of the constitution।
ਕਹਿੰਦੇ ਨੀਚੇ ਦਿੱਤਿਆਂ ਚੋਂ ਕਿਹੜੀ ਚੀਜ਼ ਹੈ ਜੋ ਆਰਟੀਕਲ 21 ਦੇ ਅੰਡਰ ਨਹੀਂ ਆਉਂਦੀ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਰਟੀਕਲ 21 ਕੀ ਹੈ। ਸਾਨੂੰ ਪਤਾ ਹੈ ਕਿ ਆਰਟੀਕਲ 21 ਕੀ ਹੈ, ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ। ਠੀਕ ਹੈ, ਸੋ ਸਾਡੀ ਪਰਸਨਲ ਫਰੀडम ਤੇ ਸਾਡੀ ਲਾਈਫ ਦੀ ਗੱਲ ਕੀਤੀ ਗਈ ਹੈ। ਸੋ ਤੁਸੀਂ ਜਦੋਂ ਸਾਨੂੰ ਆਰਟੀਕਲ 21 ਪਤਾ ਹੈ, ਸਾਡੀ ਪਰਸਨਲ ਲਾਈਫ ਤੇ ਸਾਡੀ ਪਰਸਨਲ ਫਰੀडम ਦੀ ਗੱਲ ਕੀਤੀ ਗਈ ਹੈ, ਤਾਂ ਤੁਸੀਂ ਗੈਸ ਕਰ ਸਕਦੇ ਹੋ ਕਿ ਕਿਹੜੀ ਹੈ ਚੀਜ਼ ਜਿਹੜੀ ਸਾਡੀ ਪਰਸਨਲ ਫਰੀडम ਜੇ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਰਿਲੇਟ ਕਰਦੀ। ਸੋ ਲਾਸਟ ਆਪਸ਼ਨ ਦੇਖੋ, ਕਹਿੰਦੇ ਮੈਡੀਕਲ ਏਡ ਟੂ ਇੰਜਰਡ ਬਾਈ ਅ ਡਾਕਟਰ। ਕਹਿੰਦੇ ਡਾਕਟਰ ਦੇ ਦੁਆਰਾ ਜਿਹੜੀ ਮੈਡੀਕਲ ਏਡ ਦਿੱਤੀ ਜਾਂਦੀ ਹੈ ਜ਼ਖਮੀ ਬੰਦੇ ਨੂੰ, ਕੀ ਸਾਡੀ ਉਹ ਲਾਈਫ, ਰਾਈਟ ਟੂ ਲਾਈਫ ਤੇ ਪਰਸਨਲ ਲਿਬਰਟੀ ਦੇ ਅੰਡਰ ਆਉਂਦੀ ਹੈ? ਹਾਂਜੀ, ਇਹ ਸਾਡੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੀ ਹੈ ਇਹ ਚੀਜ਼। ਨੈਕਸਟ ਹੈ ਕਹਿੰਦੇ ਸੈਕਸ਼ੂਅਲ ਹਰਾਸਮੈਂਟ ਆਫ ਵੀਮਨ ਐਟ ਵਰਕ ਪਲੇਸ। ਹਾਂਜੀ, ਇਹ ਵੀ ਸਾਡੀ ਰਾਈਟ ਟੂ ਲਾਈਫ ਦੇ ਨਾਲ ਰਿਲੇਟ ਕਰਦੀ ਹੈ। ਨੈਕਸਟ ਹੈ ਪੋਲਿਊਸ਼ਨ ਆਫ ਵਾਟਰ ਕੁਆਲਿਟੀ। ਹਾਂਜੀ, ਜੇ ਸਾਨੂੰ ਗੰਦਾ ਪਾਣੀ ਮਿਲੇਗਾ ਤਾਂ ਸਾਡੀ ਕੀ ਹੈ, ਇਹ ਸਾਡੀ ਜ਼ਿੰਦਗੀ ਦੇ ਨਾਲ, ਸਾਡੀ ਲਾਈਫ ਦੇ ਨਾਲ ਖਿਲਵਾੜ ਹੈ। ਸੋ ਇਹ ਵੀ ਸਾਡੀ ਕੀ ਪਰਸਨਲ ਲਿਬਰਟੀ ਹੈ। ਬਟ ਕੈਪੀਟਲ ਪਨਿਸ਼ਮੈਂਟ ਇਜ਼ ਨਾਟ ਅੰਡਰ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ। ਸੋ ਆਰਟੀਕਲ 21 ਪਤਾ ਹੋਣਾ ਚਾਹੀਦਾ, ਇਸ ਦੇ ਅੰਡਰ ਹੀ ਆਰਟੀਕਲ 21 ਇਹ ਹੈ ਜੋ ਰਾਈਟ ਟੂ ਐਜੂਕੇਸ਼ਨ ਹੈ। ਰਾਈਟ ਟੂ ਐਜੂਕੇਸ਼ਨ ਕਿੰਨੇ ਸਾਲ ਤੋਂ ਕਿੰਨੇ ਸਾਲ ਤੱਕ? 6 ਤੋਂ 14 ਸਾਲ ਤੱਕ ਬੱਚੇ ਨਾਲ। ਕਿਹੜੀ ਅਮੈਂਡਮੈਂਟ ਦੇ ਨਾਲ ਐਡ ਕੀਤਾ ਗਿਆ? 86th ਅਮੈਂਡਮੈਂਟ ਦੇ ਨਾਲ ਇਸ ਨੂੰ ਕੀ ਕੀਤਾ ਗਿਆ? ਐਡ ਕੀਤਾ ਗਿਆ। ਨੈਕਸਟ ਕੁਐਸਚਨ ਹੈ ਕਹਿੰਦੇ ਹੂ ਹੈਜ਼ ਪਾਵਰ ਟੂ ਰਿਮੂਵ ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਕਹਿੰਦੇ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨ ਦੀ ਪਾਵਰ ਕਿਸ ਦੇ ਕੋਲ ਹੁੰਦੀ ਹੈ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਸਾਡਾ ਪ੍ਰੈਜ਼ੀਡੈਂਟ ਹੈ ਉਹ ਕੌਣ ਹੈ। ਦੇਖੋ ਸਭ ਨੂੰ ਪਤਾ ਹੈ ਕਿ ਪ੍ਰੈਜ਼ੀਡੈਂਟ ਹੈਡ ਆਫ ਸਟੇਟ ਹੈ। ਕੌਣ ਹੈ ਇਹ? ਹੈਡ ਆਫ ਸਟੇਟ ਹੈ ਤੇ ਫਸਟ ਸਿਟੀਜ਼ਨ ਆਫ ਇੰਡੀਆ। ਠੀਕ ਹੈ ਜੀ, ਫਸਟ ਸਿਟੀਜ਼ਨ ਆਫ ਇੰਡੀਆ। ਤੇ ਸਾਨੂੰ ਇਹ ਪਤਾ ਹੈ ਕਿ ਕਿਸ ਆਰਟੀਕਲ ਦੇ ਅੰਡਰ ਕਿਹਾ ਗਿਆ ਕਿ ਸਾਡੇ ਕੋਲ ਇੱਕ ਪ੍ਰੈਜ਼ੀਡੈਂਟ ਹੋਏਗਾ। ਆਰਟੀਕਲ 52 ਕਹਿੰਦਾ ਹੈ ਕਿ ਸਾਡੀ ਕੰਟਰੀ ਦੇ ਕੋਲ ਇੱਕ ਕੀ ਹੋਏਗਾ? ਪ੍ਰੈਜ਼ੀਡੈਂਟ ਹੋਏਗਾ। ਠੀਕ ਹੈ ਜੀ, ਇਸ ਨੂੰ ਰਿਮੂਵ, ਇਸ ਦੀ ਇੰਪੀਚਮੈਂਟ ਬਾਰੇ ਗੱਲ। ਠੀਕ ਹੈ ਜੀ, ਸਾਨੂੰ ਪਤਾ ਹੋਣਾ ਚਾਹੀਦਾ ਕਿ ਰਿਮੂਵ ਕਰਨ ਨੂੰ ਕੀ ਕਹਿੰਦੇ ਆ? ਇੰਪੀਚਮੈਂਟ। ਇਸ ਨੂੰ ਰਿਮੂਵ ਜਾਂ ਇੰਪੀਚਮੈਂਟ ਦੀ ਗੱਲ ਆਰਟੀਕਲ ਦੇ ਅੰਡਰ ਕੀਤੀ ਗਈ ਹੈ, ਆਰਟੀਕਲ 61। ਤੇ ਪ੍ਰੋਸੀਜਰ ਅਸੀਂ ਕਿੱਥੋਂ ਅਡਾਪਟ ਕੀਤਾ? USA ਤੋਂ। ਹੁਣ ਕੁਐਸਚਨ ਪੁੱਛਿਆ ਗਿਆ ਕਿ ਇਸ ਨੂੰ ਰਿਮੂਵ ਕਰਨ ਦੀ ਜਿਹੜੀ ਸ਼ਕਤੀ ਹੁੰਦੀ ਹੈ, ਪਾਵਰ ਹੁੰਦੀ ਹੈ, ਉਹ ਕਿਸ ਦੇ ਕੋਲ ਹੁੰਦੀ ਹੈ? ਇਸ ਦੀ ਇੰਪੀਚਮੈਂਟ, ਇਸ ਨੂੰ ਰਿਮੂਵ ਕਰਨ ਦੀ ਜਿਹੜੀ ਸ਼ਕਤੀ ਹੁੰਦੀ ਹੈ, ਆਪਸ਼ਨ A, ਇਹ ਹੁੰਦੀ ਹੈ ਜੀ ਸਾਡੇ ਪਾਰਲੀਮੈਂਟ ਕੋਲ। ਠੀਕ ਹੈ ਜੀ, ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਕਿਹਦੇ ਕੋਲ ਹੈ? ਪਾਰਲੀਮੈਂਟ। ਤੇ ਚੁਣਨ ਦੀ, ਇਸ ਨੂੰ ਇਲੈਕਟ ਕਰਨ, ਇਸ ਦੀ ਇਲੈਕਸ਼ਨਸ ਦੇ ਵਿੱਚ ਕੌਣ-ਕੌਣ ਪਾਰਟਿਸਿਪੇਟ ਕਰਦਾ ਹੈ? ਪ੍ਰੈਜ਼ੀਡੈਂਟ ਦੀ ਇਲੈਕਸ਼ਨਸ ਦੇ ਵਿੱਚ ਕੌਣ-ਕੌਣ ਪਾਰਟਿਸਿਪੇਟ ਕਰਦਾ ਹੈ? ਇਲੈਕਟਿਡ ਮੈਂਬਰ ਆਫ ਲੋਕ ਸਭਾ, ਇਲੈਕਟਿਡ ਮੈਂਬਰ ਆਫ ਰਾਜ ਸਭਾ। ਦੇਖੋ ਇਲੈਕਟਿਡ ਵਰਡ ਯੂਜ਼ ਹੋ ਰਿਹਾ ਹੈ। ਇਲੈਕਟਿਡ ਮੈਂਬਰ ਆਫ ਲੋਕ ਸਭਾ, ਰਾਜ ਸਭਾ, ਇਲੈਕਟਿਡ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਟਿਡ ਮੈਂਬਰ, ਐਂਡ elected member of Delhi, Pondicherry and Jammu and Kashmir। ਠੀਕ ਹੈ ਜੀ, ਸੋ ਇਹ ਸਾਰੇ ਇਲੈਕਟਿਡ ਮੈਂਬਰ ਇਸ ਦੀ ਕਿਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ? ਸਾਡੀ ਪ੍ਰੈਜ਼ੀਡੈਂਟ ਦੀ ਇਲੈਕਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ। ਸੋ ਪ੍ਰੈਜ਼ੀਡੈਂਟ ਕਿਸ ਦੇ ਅੱਗੇ ਓਥ, ਕਿਸ ਦੇ ਅੱਗੇ ਸਹੁੰ ਕਿਸ ਦੇ ਅੱਗੇ ਚੁੱਕਦਾ ਹੈ? ਤਾਂ ਪ੍ਰੈਜ਼ੀਡੈਂਟ ਸਹੁੰ ਚੁੱਕਦਾ ਹੈ ਚੀਫ ਜਸਟਿਸ ਆਫ ਇੰਡੀਆ ਦੇ ਅੱਗੇ। ਪ੍ਰੈਜ਼ੀਡੈਂਟ ਰਿਜ਼ਾਈਨ ਕਿਸ ਨੂੰ ਕਰਦਾ ਹੈ? ਇਹ ਵੀ ਪਤਾ ਹੋਣਾ ਚਾਹੀਦਾ ਹੈ। ਜੋ ਸਾਡਾ ਪ੍ਰੈਜ਼ੀਡੈਂਟ ਹੈ ਉਹ ਰਿਜ਼ਾਈਨ ਕਰਦਾ ਹੈ ਵਾਈਸ ਪ੍ਰੈਜ਼ੀਡੈਂਟ ਨੂੰ। ਅਗਰ ਪ੍ਰੈਜ਼ੀਡੈਂਟ ਆਪਣੇ ਆਫਿਸ ਦੇ ਵਿੱਚ ਨਾ ਹੋਵੇ, ਪ੍ਰੈਜ਼ੀਡੈਂਟ ਕੀ ਹੋਵੇ? ਐਬਸੈਂਟ ਹੋਵੇ, ਤਾਂ ਉਸ ਦੀ ਜਗ੍ਹਾ ਕੌਣ ਬੈਠਦਾ ਹੈ? ਵਾਈਸ ਪ੍ਰੈਜ਼ੀਡੈਂਟ। ਅਗਰ ਵਾਈਸ ਪ੍ਰੈਜ਼ੀਡੈਂਟ ਵੀ ਨਾ ਹੋਵੇ ਤਾਂ ਕੌਣ ਬੈਠਦਾ ਹੈ? ਚੀਫ ਜਸਟਿਸ ਆਫ ਇੰਡੀਆ। ਸਾਡੀ ਕੰਟਰੀ ਦੇ ਵਿੱਚ ਸਿਰਫ ਇੱਕ ਵਾਰ ਹੀ ਐਵੇਂ ਹੋਇਆ ਕਿ ਸਾਡੀ ਚੀਫ ਜਸਟਿਸ ਆਫ ਇੰਡੀਆ ਨੇ ਕੀ ਕੀਤਾ? ਐਜ਼ ਅ ਪ੍ਰੈਜ਼ੀਡੈਂਟ ਸਰਵ ਕੀਤਾ। ਕਿਹੜੇ ਉਹ ਸਾਡੇ ਚੀਫ ਜਸਟਿਸ ਆਫ ਇੰਡੀਆ ਸੀ? ਦੇਖੋ ਇਹ ਉਦੋਂ ਦਾ ਟਾਈਮ ਹੈ ਜਦੋਂ ਜ਼ਾਕਿਰ ਹੁਸੈਨ ਦੀ ਡੈਥ ਹੋ ਗਈ ਸੀ ਡਿਊਰਿੰਗ ਹਿਸ ਆਫਿਸ। ਜ਼ਾਕਿਰ ਹੁਸੈਨ ਕੌਣ ਸਨ? ਸਾਡੇ ਪ੍ਰੈਜ਼ੀਡੈਂਟ ਸਨ, ਉਹਨਾਂ ਦੀ ਡੈਥ ਹੋ ਗਈ ਸੀ। ਫਿਰ ਕੁਰਸੀ ਦੇ ਉੱਤੇ ਕਿਸਨੇ ਬੈਠਣਾ ਸੀ? ਵਾਈਸ ਪ੍ਰੈਜ਼ੀਡੈਂਟ ਨੇ। ਉਸ ਸਮੇਂ ਵੀਵੀ ਗਿਰੀ ਕੀ ਸਨ? ਸਾਡੇ ਵੀਵੀ ਗਿਰੀ ਸਾਡੇ ਵਾਈਸ ਪ੍ਰੈਜ਼ੀਡੈਂਟ ਸਨ
ਜਿਨ੍ਹਾਂ ਨੇ ਕੀ ਦੇਤਾ ਸੀ, ਰਿਜ਼ਾਈਨ ਦੇਤਾ ਸੀ। ਤਾਂ ਇਸ ਕਰਕੇ ਉਸ ਸਮੇਂ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਸਨ, ਕੌਣ ਸਨ? ਮੁਹੰਮਦ ਹਦਾਇਤ ਉੱਲਾ। ਠੀਕ ਹੈ ਜੀ, ਕੌਣ ਸਨ? ਮੁਹੰਮਦ ਹਦਾਇਤ ਉੱਲਾ ਸਨ। ਤਾਂ ਉਸ ਸਮੇਂ ਫਸਟ ਟਾਈਮ ਸਾਡੀ ਕੰਟਰੀ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਨੇ ਐਜ਼ ਆ ਕੀ ਕੀਤਾ ਸੀ, ਪ੍ਰੈਜ਼ੀਡੈਂਟ ਸਰਵ ਕੀਤਾ ਸੀ। ਕੌਣ ਸਨ? ਚੀਫ ਜਸਟਿਸ ਆਫ ਇੰਡੀਆ ਮੁਹੰਮਦ ਹਦਾਇਤੁੱਲਾ। ਨੈਕਸਟ ਕੁਐਸਚਨ ਹੈ ਜੀ ਕਹਿੰਦੇ ਦਾ 86th Amendment Act of 2002 changed the subject matter of which of the following articles of directive principle? ਸੋ 86th Amendment ਕਿਉਂ ਆਈ ਸੀ? ਸਭ ਨੂੰ ਪਤਾ ਹੈ ਕਿ 86th Amendment ਨੇ ਕੀ ਕੀਤਾ ਸੀ, 21 A ਆਰਟੀਕਲ ਐਡ ਕੀਤਾ ਸੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ। ਤੇ ਜਿਹੜਾ ਇਹ ਕਦੋਂ ਹੋਈ ਸੀ ਅਮੈਂਡਮੈਂਟ? 2002 ਦੇ ਵਿੱਚ। 21 A ਆਰਟੀਕਲ ਕਿਸ ਦੇ ਰਿਗਾਰਡਿੰਗ ਸੀ? ਰਾਈਟ ਟੂ ਐਜੂਕੇਸ਼ਨ ਦੇ ਰਿਗਾਰਡਿੰਗ। ਐਜੂਕੇਸ਼ਨ ਕਿੰਨੇ ਸਾਲ ਤੋਂ ਕਿੰਨੇ ਸਾਲ ਤੱਕ? 6 ਤੋਂ 14 ਸਾਲ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਗੱਲ ਕੀਤੀ ਸੀ। ਸੋ ਦੈਟ ਮੀਨਸ ਦੇਖੋ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਡਾਇਰੈਕਟਿਵ ਪ੍ਰਿੰਸੀਪਲ ਇਹਨਾਂ ਨੇ ਪੁੱਛਿਆ ਕਿ 86 ਜਿਹੜੀ ਅਮੈਂਡਮੈਂਟ ਹੋਈ ਸੀ ਉਹ ਡਾਇਰੈਕਟਿਵ ਪ੍ਰਿੰਸੀਪਲ ਐਂਡ ਸਟੇਟ ਪਾਲਿਸੀ ਦੇ ਕਿਹੜੇ ਆਰਟੀਕਲ ਨਾਲ ਰਿਲੇਟ ਕਰਦੀ ਹੈ? ਸਾਨੂੰ ਪਤਾ ਹੈ ਕਿ ਡਾਇਰੈਕਟਿਵ ਪ੍ਰਿੰਸੀਪਲ ਐਂਡ ਸਟੇਟ ਪਾਲਿਸੀ ਕਿਸ ਆਰਟੀਕਲ ਦੇ ਅੰਡਰ ਆਉਂਦੇ ਨੇ? ਇਹ ਆਉਂਦੇ ਨੇ ਆਰਟੀਕਲ 36 ਤੋਂ ਲੈ ਕੇ 51। ਠੀਕ ਹੈ ਜੀ, ਕਿਹੜੇ ਆਰਟੀਕਲ ਦੇ ਵਿੱਚ ਡੀਪੀਐਸਪੀਸ ਆਉਂਦੇ ਨੇ? 36 ਤੋਂ 51। ਹੁਣ ਮੈਨੂੰ ਪਤਾ ਹੈ ਕਿ ਇੰਪੋਰਟੈਂਟ ਆਰਟੀਕਲ ਮੈਂ ਯਾਦ ਕੀਤੇ ਹੋਏ ਨੇ ਕਿ ਆਰਟੀਕਲ 51 ਹੈ ਜੋ ਰਿਲੇਟ ਕਰਦਾ ਹੈ ਇੰਟਰਨੈਸ਼ਨਲ ਪੀਸ ਦੇ ਨਾਲ। ਠੀਕ ਹੈ ਜੀ, ਸੋ 86 ਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ, ਇੰਟਰਨੈਸ਼ਨਲ ਪੀਸ ਦੇ ਨਾਲ ਰਿਲੇਟ ਕਰਦਾ ਹੈ। ਇਹ ਕਰਦਾ ਹੈ ਸੈਪਰੇਸ਼ਨ ਆਫ ਜੁਡੀਸ਼ਰੀ ਐਂਡ ਐਗਜ਼ੀਕਿਊਸ਼ਨ, ਸੋ ਇਹਦੇ ਨਾਲ ਰਿਲੇਟ ਵੀ ਨਹੀਂ ਕਰ ਰਿਹਾ। 46 ਮੈਂ ਕਦੇ ਪੜ੍ਹਿਆ ਨਹੀਂ, ਬਟ 45 ਹੈ ਕਿ ਐਜੂਕੇਸ਼ਨ ਦੇ ਨਾਲ ਰਿਲੇਟ ਕਰਦਾ ਹੈ। ਸੋ ਐਜੂਕੇਸ਼ਨ ਦੀ ਗੱਲ ਆਪਾਂ ਪਹਿਲਾਂ ਵੀ ਪੜ੍ਹੀ 86 ਅਮੈਂਡਮੈਂਟ ਦੇ ਨਾਲ। ਸੋ ਇੱਥੇ ਵੀ 86 ਅਮੈਂਡਮੈਂਟ ਐਜੂਕੇਸ਼ਨ ਨਾਲ ਹੀ ਰਿਲੇਟ ਕਰੇਗੀ, ਆਰਟੀਕਲ 45। ਠੀਕ ਹੈ ਜੀ, ਆਰਟੀਕਲ 45। ਦੇਖੋ ਕੁਐਸਚਨ ਆਪਾਂ ਬੇਸ਼ੱਕ 10 ਕੀਤੇ ਨੇ ਅੱਜ ਦੀ ਵੀਡੀਓ ਦੇ ਵਿੱਚ। ਅਗਰ ਤੁਹਾਨੂੰ ਇਹ ਵੀਡੀਓਜ਼ ਅੱਗੇ ਚਾਹੀਦੀਆਂ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਆਪਾਂ ਇਸ ਦੇ ਨਾਲ ਹੀ ਕੀ ਕਰਾਂਗੇ, ਨੈਕਸਟ ਵੀਡੀਓ ਦੇ ਵਿੱਚ ਕੁਐਸਚਨਸ ਦੀ ਜੋ ਕੁਆਂਟੀਟੀ ਹੈ ਉਸ ਨੂੰ ਵਧਾਵਾਂਗੇ, ਕੁਆਲਿਟੀ ਮੇਨਟੇਨ ਰਹੇਗੀ। ਬਟ ਤੁਸੀਂ ਕਮੈਂਟ ਬਾਕਸ ਦੇ ਵਿੱਚ ਫਸਟ ਵੀਡੀਓ ਦਾ ਰਿਵਿਊ ਜ਼ਰੂਰ ਦੇਣਾ ਹੈ ਕਿ ਤੁਹਾਨੂੰ ਅੱਗੇ ਇਹ ਵੀਡੀਓਜ਼ ਚਾਹੀਦੀਆਂ ਕਿ ਨਹੀਂ। ਸੋ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਗਰ ਤੁਹਾਨੂੰ ਪਸੰਦ ਆਈ ਹੋਵੇ। ਥੈਂਕ ਯੂ ਸੋ ਮਚ।